अस्सलाम वालेकुम नाज़रीन, आपको मैं अपने फेसबुक पेज पर वेलकम करता हूँ। इस वक्त मेरे सामने एक ऐसा जालिम सफाक मुलजिम मौजूद है जिसने अपनी बीवी के साथ मिलकर, यानी कि ये कत्ल होता है जी एक 30 साल खातून का, जो एक मासूम 4 माह की बच्ची और 3 साल बच्चे की माँ थी। और उस औरत को कत्ल कौन करता है जी? उसकी 2 नंदें, उसकी सास, और फिर ये उसकी एक नंद का ये शख्स खामद है। ये मिलकर उसको कत्ल करते हैं और उसको जान से मार देते हैं और फिर खुदकुशी का ड्रामा रचाते हैं। इस वक्त ये पुलिस की हिरासत में है। लाहौर पुलिस की बर्वक्त कार्रवाई, खुदकुशी को जो है खुदकुशी का रंग दिया गया। अगर पुलिस सही कार्रवाई ना करती तो ये कत्ल का किसी को पता नहीं चलना था, क्योंकि पूरा पूरा घर मिला हुआ था और सब ने मिलकर उस औरत को, उस लड़की को, किसी की बहू, किसी की बेटी थी वो, किसी की माँ थी, बहन थी, उसको मार डाला और शोहर भी साथ मिल गया अपने लोगों के। इस शख्स से बात करते हैं कि क्या वजूहात थी, क्यों किसी की बेटी की इतनी बेरहमी से इसने गला घोंटकर जान ली। नाम क्या तुम्हारा? शबीर अहमद। क्या करते हो? काम करता हूँ मिस्त्रियों का। अच्छा, कब से लड़ाई झगड़े चल रहे थे घर में तुम्हारी बीवी का? और तुम्हारी बीवी की क्या लगती थी वो? भाभी लगती थी? भाभी हैं? भाभी नंद और भाभी का झगड़ा था ये? उस टाइम ਤੇ ਇਹ ਸੀ ਪਹਿਲੇ ਇੱਕ ਵਾਰੀ ਯਾਨੀ ਕਿ ਪਹਿਲੇ ਵੀ ਲੜਾਈ ਹੋਈ ਸੀ ਬੁੜੀਆਂ ਬੁੜੀਆਂ ਦੀ। अच्छा, ਇਹ ਦੂਸਰੀ ਲੜਾਈ 'ਚ ਇਹ ਵਕੂਆ ਹੋ ਗਿਆ ਸਰ। पहला लड़ाई हुई सी। कौन कौन लड़ता सी ज्यादा? सस ते नंदा लड़दी था उस कुड़ी नाल? ਹਾਂਜੀ ਪਹਿਲੇ ਵੀ ਇੱਕ ਦਫਾ ਹੋਈ ਹੈ, ਮੈਂ ਦੂਸਰੀ ਵਾਰ ਦਫਾ ਹੋਈ ਹੈ, ਮੈਨੂੰ ਪਤਾ ਕਿ 3-4 ਮਹੀਨੇ 'ਚ ਇਹ ਵਕੂਆ ਹੋ ਗਿਆ ਸਰ। किस गल दी लड़ाई होती ज्यादा? ਇਹ ਵੱਖਰੇ ਹੋਣ ਦੀ ਲੜਾਈ ਸੀ। ਵੱਖਰੇ ਹੋਣ ਦੀ ਲੜਾਈ ਸੀ वखरे होंदी लड़ाई सी? ਜੀ। ਅੱਛਾ, ਵੱਖਰੇ ਹੋਣ ਦੀ ਲੜਾਈ ਸੀ। ਹਾਂਜੀ ਤੇ ਤੂੰ ਵੀ ਉੱਥੇ ਰਹਿੰਦਾ ਸੀ ਉਹਨਾਂ ਦੇ ਘਰ? ਹਾਂਜੀ ਉੱਥੇ ਰਹਿੰਦਾ ਸੀ। ਹੈਂ? ਮੈਂ ਵੀ ਉੱਥੇ ਰਹਿੰਦਾ ਤੂੰ ਘਰ ਜਮਾਈ ਹੈ? ਸੀ ਜੀ। ਮੈਂ ਆਪਣਾ ਵੀ ਮਕਾਨ ਨਾਲ ਲਿਆ ਉਹਨਾਂ ਦੇ ਨਾਲ ਰਲ ਕੇ। ਲੇਕਿਨ ਤੂੰ ਉਹਨਾਂ ਦੇ ਇੱਕੋ ਘਰ ਦੇ ਵਿੱਚ ਰਹਿ ਰਿਹਾ ਸੀ? ਹਾਂਜੀ ਹਾਂ। ਹਾਂਜੀ ਉਸੇ ਘਰ 'ਚ ਰਹਿ ਰਹੇ ਸੀ। ਤੇ ਜ਼ਿਆਦਾਤਰ ਕੌਣ ਲੜਦਾ ਸੀ ਉਸ ਕੁੜੀ ਨਾਲ ਜਿਹਨੂੰ ਮਾਰਤਾ, ਸਭ ਨੇ ਮਿਲ ਕੇ ਮਾਰਤਾ ਸੀ? ਇਹੀ ਲੜਾਈ ਦੱਸੀ ਹੈ ਸਰ ਤੁਹਾਨੂੰ। ਕੌਣ ਕੌਣ ਲੜਦਾ ਸੀ? ਅਸੀਂ ਸੱਸ ਸੀ, ਤੇਰੀ ਬੀਵੀ ਹੋ ਗਈ, ਹਾਂਜੀ। ਹੋਰ ਕੌਣ ਸੀ ਨਾਲ? ਹੋਰ ਇੱਕ ਹੋਰ ਸਾਲੀ ਸੀ ਤੇ ਮੈਂ ਸੀ। ਇੱਕ ਸਾਲੀ, ਤੁਸੀਂ 4 ਬੰਦੇ। ਜੀ ਹਾਂਜੀ। ਜਿਸ ਦਿਨ ਉਸ ਮਾਸੂਮ ਨੂੰ ਕਤਲ ਕੀਤਾ ਤੁਸੀਂ, ਉਸ ਟਾਈਮ ਕੀ ਮਾਮਲਾ ਸੀ? ਕਿਸ ਤਰ੍ਹਾਂ ਕਤਲ ਕੀਤਾ ਜੀ? ਗਲਾ ਦਬਾ ਕੇ ਸਰ ਕਤਲ। ਕੀ ਹੋਇਆ ਸੀ? ਲੜਾਈ ਕਿਸ ਲੜਾਈ ਤਰ੍ਹਾਂ? ਲੱਗੀ ਸੀ ਪਹਿਲੇ। ਮੈਂ ਉੱਤੋਂ ਛੱਤ ਤੋਂ ਆਇਆ ਯਾਨੀ ਕਿ ਥੱਲੇ ਦੇਖਿਆ ਰੌਲਾ ਪਿਆ ਹੈ। ਰੌਲਾ ਜਦੋਂ ਮੈਂ ਦੇਖਿਆ ਅੰਦਰ ਕਮਰੇ 'ਚ ਲੜਾਈ ਲੱਗੀ, ਮਾਣ ਕੇ ਉਹਦਾ ਗਲਾ ਦਬਾਇਆ ਯਾਨੀ ਕਿ ਤੋਂ ਥੱਲੇ ਨਿਕਲ। ਕੌਣ ਲੜਦਾ ਪਿਆ ਸੀ? ਵੀ ਬੁੜੀਆਂ ਲੜ ਰਹੀਆਂ ਪਈਆਂ। ਕਿਹਦੀ ਬੀਵੀ ਲੜਦੀ ਪਈ ਸੀ? ਮੇਰੀ ਬੀਵੀ ਸੀ, ਇੱਕ ਸਾਲੀ ਸੀ, ਇੱਕ ਤੇ ਮਾਮੀ ਸੀ, ਸੱਸ ਮੇਰੀ। ਤੇਰੀ ਸੱਸ ਤੇ ਮਾਂ ਵੀ ਲੱਗਦੀ? ਤੇਰੀ ਮਾਮੀ ਵੀ ਹੈ ਤੇ ਸੱਸ ਵੀ ਹੈ? ਜੀ ਇਹ ਤਰਾਵੇ ਉਸ ਕੁੜੀ ਨਾਲ ਲੜਦੇ ਪਏ ਸਨ ਲੜਦੇ ਜਿਹੜੀ ਉਸ ਘਰ ਦੀ ਬਹੂ ਸੀ? ਜੀ ਹੈ? ਹਾਂਜੀ ਤੇ ਤੂੰ ਉਸ ਘਰ ਜਵਾਈ ਹੈ? ਜੀ। ਅੱਛਾ, ਤੇ ਲੜਾਈ ਹੋ ਰਹੀ ਸੀ, ਫਿਰ ਤੂੰ ਗਿਆ ਤੇ ਛੁਡਾਉਣ ਦੀ ਬਜਾਏ ਤੂੰ ਕਤਲ ਕਿਉਂ ਕੀਤਾ ਉਹਨੂੰ? ਮੈਂ ਤੇ ਗਲਾ ਫੜਿਆ ਗਿਆ ਯਾਨੀ ਕਿ ਮੇਰੇ ਕੋਲ ਜਿਲੇ ਤੂੰ ਥੱਲੇ ਉੱਠੀ ਹੈ ਮਾਫੀਆ, ਤੇ ਉਹਨੂੰ ਵੀ ਯਾਨੀ ਕਿ ਦੁਪੱਟਾ ਉਹਦੇ ਹੱਥ 'ਚ ਆ ਗਿਆ ਯਾਨੀ ਕਿ ਕੌਣ ਉਠਿਆ ਥੱਲੋਂ? ਮਾਫੀਆ। ਕੌਣ ਹੈ ਉਹ? ਬੀਵੀ ਹੈ ਮੇਰੀ। ਹੈ, ਉੱਚਾ ਬੋਲ ਨਾ। ਹਾਂ ਬੀਵੀ ਹੈ ਮੇਰੀ। ਤੇਰੀ ਬੀਵੀ ਹੈ। ਉਹਨੇ ਕੀ ਕੀਤਾ ਫਿਰ ਉੱਠ ਕੇ? ਉਹਨੇ ਦੁਪੱਟਾ ਫੜਿਆ, ਮੈਂ ਗਲਾ ਦਬਾ ਰੱਖਿਆ ਯਾਨੀ ਕਿ। ਅੱਛਾ, ਦੁਪੱਟਾ ਉਹਦਾ ਗਲੇ 'ਚ ਲਪੇਟ ਕੇ ਤੂੰ ਗਲਾ ਦਬਾਈ ਰੱਖਿਆ ਤੇ ਉਹਨੇ ਦੁਪੱਟਾ ਖਿੱਚਿਆ? ਹਾਂਜੀ ਮੈਂ ਹੀ ਨਹੀਂ ਗਲਾ ਦਬਾ ਰੱਖਿਆ, ਉਹਨੇ ਦੁਪੱਟਾ ਫੜੇ ਦਾ ਸੀ। ਅੱਛਾ, ਹਾਂਜੀ ਤੂੰ ਸਾਡਾ ਗੱਲ ਕਰਦਾ ਦੱਸਿਆ ਕਿ ਦੋਹਾਂ ਨੇ ਇੱਕ ਪਾਸੋਂ ਦੁਪੱਟਾ ਹਾਂਜੀ ਉਹ ਉਹਨੇ ਦੁਪੱਟਾ ਉਹਦੇ ਹੱਥ 'ਚ ਆਇਆ ਇੱਕ ਪਾਸ ਤੂੰ ਖਿੱਚਿਆ, ਹਾਂਜੀ। ਇੱਕ ਪਾਸ ਉਹਨੇ ਖਿੱਚਿਆ। ਯਾਨੀ ਕਿ ਉਹਨੇ ਖਿੱਚਿਆ ਨਹੀਂ, ਖਿੱਚਦੇ ਮੈਂ ਹੀ ਦਬਾ ਰੱਖਿਆ, ਫੜ ਰੱਖਿਆ ਉਹਨੇ ਯਾਨੀ ਕਿ। ਹਾਂਜੀ ਤੇ ਉਸ ਟਾਈਮ ਜਿਸ ਟਾਈਮ ਤੂੰ ਕਤਲ ਕਰਦੇ ਪਏ ਸੋ, ਤੂੰ ਤੇ ਤੇਰੀ ਬੀਵੀ ਉਹਨੂੰ, ਜੀ। ਤੇ ਤੇਰੀ ਸੱਸ ਨੇ ਤੇ ਤੇਰੀ ਸਾਲੀ ਨੇ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ? ਨਹੀਂ ਉਹਨਾਂ ਨੇ ਕੀਤੀ ਬਿਲਕੁਲ ਵੀ ਨਹੀਂ। ਉਹ ਇਹੀ ਚਾਹੁੰਦੇ ਸਨ ਕਿ ਮਾਰ ਦਿੱਤਾ ਜਾਏ ਉਹਨੂੰ ਉਸ ਟਾਈਮ? ਇਹੀ ਹੋ ਸਕਦਾ ਸਰ, ਹੈਂ? ਬੋਲੇ ਤੱਕ ਨਹੀਂ ਯਾਨੀ ਕਿ। ਬਿਲਕੁਲ ਨਹੀਂ ਬੋਲੇ? ਨਹੀਂ ਕਿੰਨੀ ਦੇਰੀ ਚ ਉਹਦੀ ਜਾਨ ਵਿਚਾਰੀ ਦੀ ਕਬਜ਼ ਹੋ ਗਈ? 3-4 ਮਿੰਟ ਤਕਰੀਬਨ, 2-3 ਮਿੰਟ ਲੜਦੇ ਹੋਣਗੇ ਉਹਨੇ। 3-4 ਮਿੰਟ ਤੱਕ ਤੁਹਾਨੂੰ ਰਹਿਮ ਨਹੀਂ ਆਇਆ ਉਸ ਕਿਸੇ ਦੀ ਬੱਚੀ ਤੇ? ਉਹ ਕਿਸੇ ਦੀ ਬੇਟੀ ਸੀ, ਉਹ ਕਿਸੇ ਦੀ ਮਾਂ ਸੀ, ਉਹ ਕਿਸੇ ਦੀ ਭੈਣ ਸੀ। ਹਾਂਜੀ ਹੈ? ਹਾਂਜੀ ਸਰ। ਤੇ ਹਾਂਜੀ ਕਰਨ ਨਾਲ ਹੁਣ ਹਾਂਜੀ ਤੂੰ ਐਡਾ ਹਾਂ ਚਾਮ ਲਾ ਰਿਹਾ। ਸਾਨੂੰ ਪਤਾ ਲੱਗਿਆ ਇਸ ਤੋਂ ਪਹਿਲਾਂ ਵੀ ਤੂੰ 324 ਦੇ ਕੇਸ ਵਿੱਚ ਅੰਦਰ ਰਿਹਾ ਮੈਂ। ਪਿੰਡ ਹੈ ਸੀ ਮੁਖਾਲਫਤ ਯਾਨੀ ਕਿ ਉਹਦੀ। ਤੂੰ ਕਿਸੇ ਸਿਰ ਵਿੱਚ ਫਾਇਰ ਮਾਰਿਆ? ਹਾਂਜੀ ਲੜਾਈ ਸਾਡੇ ਵੀ ਫਾਇਰ ਮਾਰੇ। ਫਾਇਰ ਮਾਰਿਆ ਸੀ ਸਿਰ ਵਿੱਚ? ਸਾਡੇ ਵੀ ਭਰਾਵਾਂ ਦੇ 2 ਫਾਇਰ। 2 ਸਾਲ सजा कट के आए? जी। मेरे भरावां दे 2 दे फायर बजे। अब नाज़रीन आप देख सकते हैं जी कि ये 2 साल सजा काट के आया है। इससे किसी के सर में फायर भी मारा था, फिर बाहर आया और फिर आकर ऐसे ही लोग फिर आगे इसने अपनी बीवी के जो भाभी लगती है उसको मार दे। तो मैं बीवी, तेरा रिश्ता की लगे उस औरत ने जिन कत्ल किया? तो वो कज़न की बीवी थी मेरी। कज़न की बीवी? कज़न भी हो? हाँ जी। अच्छा, उर्दू बोल सकते हो तो उर्दू बोल लो, नहीं तो पंजाबी च गल करो। कज़न सी मेरा ये। पंजाबी बोल सकना तू? हाँ जी। उर्दू नहीं बोल सकता? नहीं। अच्छा, ਕਤਲ ਕਰਤਾ ਉਹਨੂੰ। ਕਤਲ ਕਰਨ ਤੋਂ ਬਾਅਦ ਫਿਰ ਕੀ ਕੀਤਾ ਤੁਸੀਂ? ਡਰਾਮਾ ਕੀ ਰਚਾਇਆ? ਫਿਰ ਡਰਾਮਾ ਹੀ ਵਾਸ਼ਰੂਮ 'ਚ ਖੜਿਆ ਨੂੰ, ਵਾਸ਼ਰੂਮ 'ਚ ਜਾ ਕੇ ਲਟਕਾ ਕੇ ਦਰਵਾਜ਼ਾ ਬੰਦ ਕਰਕੇ, ਦਰਵਾਜ਼ਾ ਤੋੜ ਕੇ, ਫਿਰ 2-3 ਮਿੰਟ ਤੋਂ ਬਾਅਦ ਲਿਆ ਕੇ ਫਿਰ ਬੈੱਡ ਤੇ ਪਾਤੀ ਹੈ।
ਬੈੱਡ ਤੇ ਪਾ ਕੇ ਤੇ ਉਸ ਤੋਂ ਬਾਅਦ ਗੱਡੀ ਲਿਆਂਦੀ ਹੈ ਬਾਹਰ ਜਾ ਕੇ ਮੁੰਡੇ ਨੇ ਜਾ ਕੇ ਗੱਡੀ 'ਚ ਪਾ ਕੇ ਤੇ ਹਸਪਤਾਲ ਲੈ ਗਏ। ਅੱਛਾ, ਹਾਂਜੀ, ਇਹ ਖੁਦकुशी ਦਾ ਡਰਾमा रचाया है, प्लान कितना सी ਪਲਾਨ ਮੇਰਾ ਹੀ ਸੀ। है? ਮੇਰਾ ਹੀ ਸੀ। तेरा प्लान सी। अब नाजरीन, इसका प्लान क्यों था, ये आपको बताने की वजह ये है कि ये शख्स ऑलरेडी सजा याफ्ता है, इसने जेल देखी हुई है, इस केस में से बच के निकला है और इसने एक शख्स के सर पे गोली मारी हुई, वहां से बच के ये आ गया। अब घरेलू लड़ाई में, औरतों की लड़ाई में, अब देखें कि ये सास बहू नंद भावज, ये झगड़े कब हमारे माशरे में खत्म होंगे। जिसने जब कत्ल हुआ उस वक्त सास और दो नंदों की लड़ाई एक लड़की एक बहू से हो रही थी। कसूर चाहे किसका भी हो, मैं यहां पर जरूर गुजारिश करूंगा तमाम बहुओं से, तमाम सासों से, खुदारा जो बहुएं हैं वो अपनी सास को, अपने ससुरालियों को अपना घर समझें, और जो ससुरालिये हैं, जो सास है, वो अपनी बहू को अपनी बेटी समझे, तो ऐसे वाकयात सामने नहीं आएंगे। अब यहां पर हो क्या रहा था, यहां पर सास और उसकी दो बेटियां उस लड़की को मार रही थी, उसके साथ झगड़ा कर रही थी। ये जो घर जबाई है, उसी जो मकतूला की नंद का खावद है, ये छत पर सो रहा था और फिर ये नीचे आता है और आकर उनके साथ मिलकर उस लड़की को चारों लोग मिलकर कत्ल कर देते हैं। क्या बीत रही कि उस लड़की पर, जिसकी सास और उसकी दो नंदे, और उन दो नंदों में से एक उसका खावंद उसको मार रहे थे, उस पर जुल्म कर रहे थे, उसकी जान ले रहे थे, क्या गुजरी होगी उस औरत पर। जब वो कत्ल हो जाती है तो उसके बाद फिर उसको ड्रामा रचाते हैं खुदकुशी का। अच्छा, खुदकुशी जो ਉਹਦਾ ਖਾਵੰਦ ਕਿੱਥੇ ਸੀ ਉਸ ਟਾਈਮ, ਜਿਸ ਟਾਈਮ ਸਾਰਾ ਕੁਝ ਕਰ ਰਹੇ ਸੋ? ਸ਼ੋਰ ਕਿੱਥੇ ਸੀ ਉਹਦਾ? ਕਿਸ ਟਾਈਮ? ਜਿਸ ਟਾਈਮ ਕਤਲ ਕਰ ਰਹੇ ਸੋ ਉਸ ਟਾਈਮ ਉਹਦਾ ਸ਼ੋਰ ਘਰ ਨਹੀਂ ਕਿੱਥੇ ਸੀ ਹੈ? ਘਰ ਨਹੀਂ ਸੀ। तो ਜਦੋਂ घर आया तो फिर क्यों आया? क्योंकि नाजरीन, मैं आपको ये बता दूं, इस केस का मुद्दई उसका शोहर नहीं बना, उसका शोहर भी इनके साथ मिल गया, और इस सारे ड्रामे, खुदकुशी के ड्रामे में उसने भी पूरा रोल अदा किया। उसने अपनी बीवी के हक के लिए आवाज नहीं उठाई, उसने अपनी बहनों का, जो कि नंदे कातल थी उस औरत की, और इस शख्स का साथ दिया जिसने उसको गला दबा के मारा। तो ये मुद्दई बना है उसका, उस लड़की का भाई। अच्छा, जो शोर आया फिर क्यों है? ਸ਼ੋਰ ਆਇਆ ਜਿਲੇ ਉਹਨਾਂ ਆਣ ਕੇ ਕਿਹਾ ਤੁਸੀਂ ਚੰਗਾ ਨਹੀਂ ਕੀਤਾ, ਮੇਰੀ ਬੀਵੀ ਮਾਰਤੀ, ਰੋਇਆ ਵੀ ਹੈ ਉਹ ਵਾਲਾ ਆਣ ਕੇ ਸ਼ੋਰ ਉਹਦਾ। ਫਿਰ ਉਹਦੇ ਚੰਡਾ ਮਾਰੀਆਂ, ਤੁਹਾਨੂੰ ਦੱਸਿਆ, ਚੰਡਾ ਮਾਰ ਕੇ ਉਹਨੂੰ ਬਹਾਲ ਲਿਆ। ਚੰਡਾ ਕਿਹਨੇ ਮਾਰੀ ਇਹਨਾਂ ਨੂੰ? ਮਾਂ ਉਹਦੀ ਨੇ ਮਾਰੀਆਂ, ਮੈਂ ਵੀ ਮਾਰਿਆ ਉਹਦੇ। ਤੂੰ ਵੀ ਮਾਰਿਆ? ਤੂੰ ਕਤਲ ਵੀ ਕੀਤਾ ਉਹਦੀ ਬੀਬੀ ਨੂੰ, ਫਿਰ ਤੂੰ ਉਹਨੂੰ ਚੰਡਾ ਵੀ ਮਾਰੀਆਂ? ਹਾਂਜੀ ਹੈ? ਜੀ। ਕਿਉਂ ਮਾਰੀਆਂ? ਉਹ ਰੌਲਾ ਪਾ ਰਿਹਾ ਸੀ ਯਾਨੀ ਕਿ। ਅੱਛਾ, ਤੇ ਫਿਰ ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਉਹਨੂੰ ਕਮਰੇ 'ਚ ਡੱਕ ਦਿੱਤਾ, ਕਮਰੇ 'ਚ ਡੱਕ ਕੇ ਫਿਰ ਲਿਆ ਕੇ ਇਹਨੂੰ ਜਿਹੜਾ ਨਾ ਉੱਥੇ ਭਾਲਿਆ। ਫਿਰ ਉਹ ਫਿਰ ਤੁਹਾਡੇ ਨਾਲ ਮਿਲ ਗਿਆ ਉਹ? ਰੋ ਰਿਹਾ ਸੀ, ਯਾਨੀ ਕਿ ਉਹ ਮਜਬੂਰੀ ਦੇ ਤਹਿਤ ਉਹ ਨਾਲ ਤੁਰਿਆ ਸੀ, ਹੋਰ ਤਾਂ ਕੋਈ ਗੱਲ ਨਹੀਂ ਸੀ ਯਾਰ। ਨਹੀਂ, ਤੁਹਾਡੇ ਨਾਲ ਮਿਲ ਗਿਆ ਸੀ ਫਿਰ ਉਹ? ਹਾਂਜੀ, ਮਜਬੂਰੀ ਦੇ ਤਹਿਤ ਤੇ ਨਹੀਂ, ਮਜਬੂਰੀ, ਚਲੋ ਮਜਬੂਰੀ ਮੰਨ ਲਈ। ਹਾਂਜੀ, ਰੋ ਰਿਹਾ ਉਹਦੇ ਬੱਚਿਆਂ ਦੀ ਮਾਂ ਸੀ ਨਾ ਉਹ? ਜੀ ਜੀ। ਤੇ ਤਾਂ ਹੈ, ਉਹ ਤਾਂ ਇਹ ਮਰਦ ਦੀ ਕਮਜ਼ੋਰੀ ਹੁੰਦੀ ਹੈ। ਜਿਸ ਔਰਤ ਦੀ ਘਰ 'ਚ ਇੱਜ਼ਤ ਨਾ ਹੋਵੇ ਨਾ, ਇਹ ਮਰਦ ਦੀ ਜ਼ਿੰਮੇਵਾਰੀ ਸੀ ਕਿ ਆਪਣੀ ਬੀਵੀ ਦੀ ਪ੍ਰੋਟੈਕਸ਼ਨ ਕਰਦਾ। ਹਾਂਜੀ, ਰੋ ਰਿਹਾ ਸੀ। ਆਪਣੀ ਬੀਵੀ ਨੂੰ, ਆਪਣੀ ਜ਼ਾਲਮ ਮਾਦਰਤ ਦੇ ਨਾਲ, ਸਾਰੀਆਂ ਸੱਸਾਂ ਜ਼ਾਲਮ ਨਹੀਂ ਹੁੰਦੀਆਂ ਤੇ ਸਾਰੀਆਂ ਜਿਹੜੀਆਂ ਬਹੂਆਂ ਹੁੰਦੀਆਂ ਨੇ ਚੰਗੀਆਂ ਨਹੀਂ ਹੁੰਦੀਆਂ, ਲੇਕਿਨ ਉਹਨੇ ਆਪਣੀ ਬੀਵੀ ਨੂੰ ਐਸੇ ਦੰਦਾਂ ਸੱਸ ਦੇ ਵਿੱਚ ਛੱਡਿਆ ਸੀ ਜਿਹੜੇ ਨੂੰ ਮਾਰਦੀਆਂ ਸਨ, ਤੇ ਤੂੰ ਰਹਿ ਗਿਆ, ਤੂੰ ਵੀ ਉਹਨਾਂ ਦਾ ਰਿਸ਼ਤੇਦਾਰ, ਤੇ ਤੂੰ ਵੀ ਉਹਨੂੰ ਮਾਰਤਾ ਫੜ ਕੇ। ਉਹਨੂੰ ਚਾਹੀਦਾ ਸੀ ਨਾ ਤੁਹਾਡੇ ਖਿਲਾਫ ਪਰਚਾ ਕਟਾਉਂਦਾ। फिर वो ਤੁਹਾਡੇ ਨਾਲ मिल के ना फिर लाश ठिकाने लाई, उसकी डेड बॉडी को किसने उठाया? फिर मैंने कटा दी। फिर थले जा गड्डी च पा के किने चुकी है? जिस टाइम नहीं रिकॉल सुन, जिस टाइम तू दी खुदकुशी का रंग देता है, हाँ जी, बाहर ले उस टाइम किने चुकी ओदी लाश? मैं ते कुड़ी ने खड़ के थले कार च पाई सी। तू हुण सानू कंप्लीट सारी गल दसी ना। तो जदों खुदकुशी का रंग देने वास्ते बाथरूम लैके गए, कौन लैके गया? दसिया सर तुहानू कौन लैके गया? मैं गया, मेरी बीवी गई है, सारी गई है, ते नाल गया जंगीर। जगीर कौन सी? खामद उसका सबा उस औरत दा खामद, यानी कि जदों मर गई सी ते तू चुकिया ओदी लाश नू? हाँ जी। तेरी बीवी ने चुकिया है, तेरी साली ने चुकिया है, हैं? हाँ जी। ते उस मकतूला दे शोहर ने भी उन्होंने चुकिया है, हैं? हाँ जी, वो नाल गया मजबूर। चुक के लैके गए तुसीं बाथरूम विच? वो नाल ही गया, चुक्या नहीं, मैं ही चुक्या जी। बाथरूम लै गए हो? हाँ जी। की ड्रामा रचाया सी? दरवाजा धो के यानी कि खुदकुशी का ड्रामा रचाया? ये सारे ड्रामे जो शोर भी शामिल हो गया? फिर शोर ते मजबूरी है तुहानू हो गया ना शामिल? रो रहा सी वो। रो ते रिया शामिल हो गया? हाँ जी, वो सिर्फ मजबूरी मां को। ਉਹਨੂੰ ਕੀ ਚਾਹੀਦਾ ਸੀ? ਜੇ ਤੂੰ ਕਤਲ ਕੀਤਾ ਨਾ ਤੇ ਤੈਨੂੰ ਤੇਰੇ ਖਿਲਾਫ ਪਰਚਾ ਕਟਵਾਉਂਦਾ। ਹੁਣ ਵੀ ਤੂੰ ਉਹਨੂੰ ਬਚਾ ਰਿਹਾ ਹੈ, ਕੱਲ ਨੂੰ ਉਹ ਤੁਹਾਨੂੰ ਬਚਾਏ। ये हमारे माशरे में नाज़रीन, ये हमारे कानूनी पेचीदगियाँ होती हैं। अभी भी जिसकी बीवी मार दी है इसने, अभी भी ये जो, और उस शख्स ने इनके खिलाफ कोई कार्रवाई नहीं की, पूरा उसने बचाने की कोशिश की है, पूरी खुदकुशी का ड्रामा रचाया। और उन्होंने जो कितनी देर लटकाए रखा है बाथरूम में? 2 मिनट। 2 मिनट?
ਫਿਰ ਉਹਦੇ ਫਿੰਗਰਪ੍ਰਿੰਟ ਕਿਹਨੇ ਲਾਏ ਨੇ ਉਹਦੇ ਪਾਈਪਾਂ ਤੇ? ਅਫਸ਼ਰ ਨੇ ਲਾਏ ਉਹ ਕੀ ਲੱਗਦੀ ਤੇਰੀ? ਸਾਡੇ। ਫਿੰਗਰਪ੍ਰਿੰਟ ਲਾਂ ਦਾ ਮਕਸਦ ਇਹ ਸੀ ਕਿ ਜਦੋਂ ਟੀਮਾਂ ਆਉਂਦੇ ਪਤਾ ਲੱਗੇ ਕਿ ਉਹਨੇ ਫੜ ਕੇ ਉੱਤੇ ਚੁੱਕਿਆ ਹੋ ਸਕਦਾ ਸਰ। ਹੈਂ? ਹਾਂਜੀ ਗੱਲ। ਐਸੇ ਤਰ੍ਹਾਂ ਹੀ ਹੈ। ਤੇ ਇਹ ਸਾਰਾ ਜਦੋਂ ਡਰਾਮਾ ਹੋ ਰਿਹਾ ਸੀ, ਹਰ ਚੀਜ਼ ਹੋ ਰਹੀ ਸੀ, ਉਹ ਤੁਹਾਡੇ ਨਾਲ ਸੀ? ਉਹਦਾ ਸ਼ੋਰ ਵੀ, ਨਹੀਂ, ਸੱਸ ਵੀ ਤੇਰੇ ਨਾਲ ਸੀ? ਬਾਹਰ ਆਣ ਕੇ ਬਹਿ ਕੇ ਰੋ ਰਿਹਾ ਸੀ। ਸੱਸ ਵੀ तेरे नाल सी? नहीं, सस भी बैठी थी। हैं? बैठी ही सी वो भी सोफे पे। अब ये नाजरीन, अब आप खुद देख सकते हैं कि उस शख्स को क्या चाहिए था। उसको चाहिए था कि अगर वो अपनी माँ और अपनी बहनों को बचा रहा है, इस शख्स के खिलाफ तो कार्रवाई करता वो। ਉਹਦੇ ਤੇ ਪਰਚਾ ਹੋ ਗਿਆ ਸਰ ਉਸ ਟਾਈਮ। नहीं, पर्चा तो होना है ना, पर्चा नहीं होना चाहिए ਉਹਦੇ ਤੇ पर्चा नहीं होना चाहिए। जिदी बीवी कत्ल हो गई है, जिदी बीवी, और इसमें कोई शक नहीं, तफ्तीश में नाजरीन अभी तफ्तीश में मजीद चीजें सामने आएंगी, कोई इसमें बैद नहीं है कि हो सकता है मुबैना तौर पर वो शख्स भी बीच में इन्वॉल्व हो इस सारे ड्रामे में, कत्ल करने में भी इन्वॉल्व हो। और जब कई लोग अपनी जान बचाने के लिए, छुड़ाने के लिए इस तरह भी करते हैं कि बीवियों को अपने ससुरालियों के साथ मिलकर कत्ल कर देते हैं और फिर खुदकुशी का ड्रामा रचा देते हैं। और ये पूरा ड्रामा रचा चुके थे सारे महल्लेदारां की दसिया तुसीं फिर? ਮਹੱਲੇਦਾਰਾਂ ਨੂੰ ਉਸ ਟਾਈਮ ਕੁਝ ਵੀ ਨਹੀਂ, ਉਸ ਟਾਈਮ ਅਸੀਂ ਗੱਡੀ 'ਚ ਪਾ ਕੇ ਲੈ ਗਏ ਹਾਂ। फिर की दसिया तुसीं? घਰ गली मुहल्लिਆਂ ने ਪੁੱਛਿਆ ਤੇ ਹੋਏਗਾ ਨਾ ਕਿ ਕੀ ਹੋਇਆ, ਕੁੜੀ ਨੂੰ ਕਿਸ ਤਰ੍ਹਾਂ ਮਰੀ ਹੈ, ਫਿਰ ਕੀ ਅਸੀਂ ਕਹਿੰਦੇ? ਹਸਪਤਾਲ 'ਚ ਜਿਹਨੇ ਜਿਹਨੇ ਪੁੱਛਿਆ ਉਹਨੂੰ ਇਹ ਕਿਹਾ ਖੁਦਕੁਸ਼ੀ। ਖੁਦਕੁਸ਼ੀ? ਫਿਰ ਲਿਆ ਕੇ ਦਫਨਾਤਾ ਉਹਨੂੰ? ਨਹੀਂ, ਉਸ ਟਾਈਮ ਮੈਂ ਪਕੜਿਆ ਗਿਆ ਘਰੋਂ ਹੀ, ਤੁਹਾਨੂੰ ਦੱਸਿਆ ਨਾ, ਪਤਾ ਨਹੀਂ ਕਿੱਥੇ ਦਫਨਾਇਆ ਕਿੱਥੇ ਨਹੀਂ, ਮੈਂ ਤਾਂ ਉਸੇ ਟਾਈਮ ਮੌਜੂਦ ਪਕੜਿਆ। ਪੁਲਿਸ ਨੇ ਤਾਂ ਫੜ ਲਿਆ ਫਿਰ ਉਸ ਟਾਈਮ? ਹਾਂਜੀ ਹਾਂਜੀ। ਕੀ ਲੱਭ ਗਿਆ ਔਰਤਾਂ ਦੀ ਲੜਾਈ 'ਚ ਤੁਹਾਨੂੰ, ਉਹਨੂੰ, ਉਸ ਮਾਸੂਮ ਨੂੰ ਕਤਲ ਕਰਕੇ? ਸਜ਼ਾ ਲੱਭ ਗਈ ਸਰ। ਸਜ਼ਾ ਹੀ ਲੱਭੀ ਨਹੀਂ? ਤੁਹਾਨੂੰ ਲੱਭਣੀ ਚਾਹੀਦੀ ਹੈ। ਹਾਂਜੀ, ਸਜ਼ਾ ਹੀ ਹੈ ਇਸ ਟਾਈਮ ਵੀ। ਨਹੀਂ ਤੁਹਾਨੂੰ ਸਜ਼ਾ, ਸਜ਼ਾ ਵਾਸਤੇ ਤਿਆਰ ਹੈ ਤੂੰ ਕਿ ਮਾਫੀ ਮੰਗੇਗਾ ਤੂੰ ਉਹਦੇ ਭਰਾ ਕੋਲੋਂ, ਇਹਦੇ ਘਰ ਵਾਲਿਆਂ ਕੋਲੋਂ? ਹਾਂਜੀ, ਮਾਫੀ ਵੀ ਮੰਗਾਗਾ ਮੈਂ। ਕਿਸ ਗੱਲ ਤੋਂ? ਗਲਤੀ ਦੀ ਮਾਫੀ। तू माफ किया सी? ये गलती की थी तू? आप नज़ारा देखे, क्या खौफनाक मंजर होगा नाजरीन, जब एक बेटी किसी की बेटी, बहन और दो मासूम बच्चियों की माँ मार खा रही थी अपनी सास से, अपनी नंदों से, और ऊपर से आके इस शख्स ने, जो उसकी एक नंद का खामद है, इसने आकर उसको इतनी बेदर्दी से मारा, उसका गला दबाया, उसको कत्ल कर दिया। और फिर शोहर भी आया, उसने आकर, बेशक उसको अफसोस हुआ, लेकिन इतना कमज़ोर किस्म का वो शख्स था कि एटलीस्ट वो जो असल कातिल है अपनी बीवी का, उसको सजा दिलाता, ये भी साथ मिल गया। शोहर ने फिर ड्रामा रचाया खुदकुशी का, और उसके बाद फिर जो है मामलात इन्होंने रंग दिया। लेकिन ये पुलिस की कार्रवाई है जी, इन्वेस्टिगेशन की चीज़ें सामने आई हैं कि यही कातिल है सामने, मेन कातिल तो ही है जी। और कौन है नाल तेरे? मैं ये मेन और दुपट्टा किने पड़ਿਆ ਸੀ तेरे नाल? ਉਹ ਤਾਂ ਦੁਪੱਟਾ ਫੜਿਆ ਸੀ ਉਹਦੇ ਗਲ 'ਚ। किने? बीवी मेरी ने। तेरी बीवी? तू ते तेरी बीवी ने मिलके मारिया। और जिस टाइम वो मर रही सी, उस टाइम मौके ते मौजूद सी ਜਿਹੜੀ ਜ਼ਿਆਦਾ ਹਵਾ ਦੇ ਰਹੀ ਸੀ, ਉਹ ਲੜਕੀ ਦੀ ਸੱਸ ਸੀ ਤੇ ਉਹਦੀ ਇੱਕ और नंद सी जी, वो हैं? लग गई सी। क्योंकि इसमें शोहर का बकौल इसके कोई ऐसा कसूर नहीं कि वो घर में मौजूद नहीं था, लेकिन उसकी इतनी कमजोरी है एटलीस्ट जरूर मानी जाती है कि बाद में फिर वो उसने अपनी बहन के शोहर को, जो उसकी बीवी का कातिल था, उसको बचाने की कोशिश की। बहरहाल तहकीकात मजीद जारी हैं। जो इसका जो मेन किरदार है, ये मेन कातिल पुलिस की हिरासत में है। मैं बस सिर्फ यही गुजारिश करूंगा, दूसरों के लिए पुलिस छापे मार रही है, कुछ ने जमानतें कराई हुई हैं, कुछ रिपोर्ट्स हैं, मैं सिर्फ यही गुजारिश करूंगा अपने तमाम नाजरीन से, खुदारा ये सास बहू, नंद भावज, देवरानी जेठानी, इस तरह की लड़ाई झगड़ों से आप लोग बचें, एक दूसरे को दरगुजर करें। कोई भी परफेक्ट नहीं है इस दुनिया में, हर किसी में खूबियां भी हैं, खामियां भी हैं। इसी तरह हमारे अंदर भी गलतियां कोताहियां भी हमसे होती हैं, हम माफ़ी के तलबगार होते हैं। तो इसलिए किसी की छोटी छोटी गलतियों को माफ़ करना सीखें, ताकि इस तरह के बड़े गुनाहों से बचा जा सके जो इस शख्स ने किया, इसके साथ इसकी सास ने और दो नंदों ने, और फिर उसके शोहर ने मिलकर किया कि एक मासूम लड़की की 30 साल वो खातून थी, उसकी जान ले ली। खुदारा अल्लाह ताला सबको, मैं यहाँ पर ना सिर्फ ये कहूँगा, बहुत सारी जगहों पर बहुओं का कसूर होता है, बहुत सारी जगहों पर ससुरालियों का और सास का कसूर होता है। मैं ये दुआ करूँगा जो सास है वो अपनी बहू को अपनी बेटी समझे, जो बहू है वो अपनी सास को अपनी माँ समझे। नंद भावज और देवरानी जेठानियाँ वो एक दूसरे को अगर बहन नहीं भी समझती तो एटलीस्ट एक दूसरे को बर्दाश्त करें, अच्छा सोचें, मस्बत सोचें, ताकि इस तरह के वाक़यात से बचा जा सके। और मेरी ये दुआ है कि अल्लाह ताला सब की बेटियों के नसीब अच्छे करे और ऐसे जालिमों के घर कभी किसी की जो है ना डोली ना जाए, और अगर जाए तो वहाँ पर ऐसा जुल्म ना हो, उस जुल्म से उस बच्ची को बचा लिया जाए। इसी के साथ मुझे इजाज़त दीजिए। अल्लाह हाफ़िज़।